सत श्री अकाल। तुसीं PNCN देख रहे हो। खबरां दे इस बुलेटिन दे विच स्वागत है। खबरां दी शुरुआत हैडलाइनस दे नाल करांगे कि अमेरिका दी तर्ज ते कौमी पੱਧਰ ਦੇ ਉੱਤੇ कोविड हदायतां नूं कैनेडा विच भी हटाया जावेगा। इस दे बारे दस्सांगे कैनेडा दे ट्रांसपोर्ट मंत्री ने की कहा। कैनेडा विच दाखल होण वालियां दे लई हुण की ने हदायतां, इस दे बारे भी अपडेट दवांगे। कैनेडा तो बाहर नर्सिंग दी पढ़ाई करन वाले नर्सां दे लई ब्रिटिश कोलंबिया सरकार दे नवे ऐलान दे बारे दस्सांगे। हाईवे उत्ते जांदी बस नूं लगी अग, दस्सांगे कित्थे ते की है अपडेट। कैलगरी विच रेल गड्डी नाल एक व्यक्ति दी टक्कर, व्यक्ति ने दम तोड़िया। इस तरह सब तो पहली खबर जिवें कि इस समय सिर्फ कैनेडा ही नहीं सगों दुनिया भर विच वक्खो वक्खरे पੱਧਰ ਦੇ ਉੱਤੇ कोविड-19 ਦੀਆਂ ਹਦਾਇਤਾਂ ਨੂੰ हटाया जा रहा है। ਪਹਿਲਾਂ ਨਾਲੋਂ काफ़ी ज़्यादा ढिल दे ਦਿੱਤੀ गई है, हालात काफ़ी ज़्यादा सुधर गए ने। ਤਾਂ ਇਸ ਦੇ ਨਾਲ ਹੀ ਅਮਰੀਕਾ ਦੇ ਵਿੱਚ ਜਿਵੇਂ ਕਿ ਐਲਾਨ ਕੀਤਾ ਗਿਆ ਕਿ ਕੌਮੀ ਪੱਧਰ ਦੇ ਉੱਤੇ ਹਦਾਇਤਾਂ ਨੂੰ ਹਟਾਉਣ ਸੰਬੰਧੀ, ਤਾਂ ਦੂਜੇ ਪਾਸੇ ਜੋ ਇਸ ਸਮੇਂ ਕੈਨੇਡਾ ਦੇ ਵਿੱਚ ਟਰਾਂਸਪੋਰਟ ਮੰਤਰੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਮੰਗਲਵਾਰ ਨੂੰ, ਤਾਂ ਉਹਨਾਂ ਨੂੰ ਵੀ ਸਵਾਲ ਪੁੱਛਿਆ ਗਿਆ ਅਮਰੀਕਾ ਦੀ ਤਰਜ਼ ਦੇ ਉੱਤੇ ਕਿ ਕੈਨੇਡਾ ਵਿੱਚ ਵੀ ਜੋ ਇਸ ਸਮੇਂ ਫੈਡਰਲ ਸਰਕਾਰ ਦੇ ਅਧੀਨ ਵਿਭਾਗ ਆਉਂਦੇ ਨੇ, ਖਾਸ ਤੌਰ ਦੇ ਉੱਤੇ ਟਰੈਵਲ ਸੰਬੰਧੀ ਜੋ ਯਾਤਰੀਆਂ ਦੇ ਵੱਲੋਂ ਇੰਟਰਨੈਸ਼ਨਲ ਟਰੈਵਲ ਵੀ ਕੀਤਾ ਜਾਂਦਾ, ਉੱਥੇ ਹਜੇ ਵੀ ਮਾਸਕ ਲਾਜ਼ਮੀ ਨੇ ਤੇ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਦੇਖਿਆ ਜਾਂਦਾ ਹੈ। ਤਾਂ ਇਸ ਸੰਬੰਧੀ ਜਦੋਂ ਪੁੱਛਿਆ ਗਿਆ ਕਿ ਕੀ ਕੈਨੇਡਾ ਦੇ ਵਿੱਚ ਵੀ ਇਹਨਾਂ ਹਦਾਇਤਾਂ ਨੂੰ ਹਟਾ ਦਿੱਤਾ ਜਾਵੇਗਾ, ਤਾਂ ਇਸ ਸੰਬੰਧੀ ਟਰਾਂਸਪੋਰਟ ਮੰਤਰੀ ਉਮਰ ਅਲਗਾਬਰਾ ਦਾ ਕਹਿਣਾ ਹੈ ਕਿ ਹਜੇ ਕੈਨੇਡਾ ਦੇ ਵਿੱਚ ਇਹ ਇਸੇ ਤਰ੍ਹਾਂ ਰਹੇਗਾ। ਖਾਸ ਤੌਰ ਦੇ ਉੱਤੇ ਮਾਸਕ ਪਾਉਣੇ ਉਸੇ ਤਰ੍ਹਾਂ ट्रैवल के वास्ते हजे लाजमी रहेंगे जदों तक अगे सेहत सलाहकारां दे वल्लों इस दे उत्ते कोई होर सलाह नहीं दित्ती जांदी ते इस दे उत्ते कोई होर मशवरा उस आधार दे उत्ते नहीं लै लिया जांदा। फिलहाल ये उसी तरह लागू रहेगा। जिवें कि बाहरले मुल्कां तो जिहड़े भी कैनेडा विच दाखल हुंदे ने उन्हां वास्ते कोविड-19 दे टीके लगे होने लाजमी ने, पर इस दे नाल ही जेकर कोई PR जां सिटीजन है ਤਾਂ ਉਹ ਜੇਕਰ ਕੋਵਿਡ-19 ਦੇ ਟੀਕੇ ਉਹਨਾਂ ਨੇ ਨਹੀਂ ਲਗਵਾਏ ਹੋਏ ਤਾਂ ਉਹਨਾਂ ਨੂੰ ਕੁਆਰੰਟਾਈਨ ਕਰਨਾ ਪਵੇਗਾ ਤੇ ਕੋਵਿਡ-19 ਦੇ PCR ਟੈਸਟ ਦੀ ਰਿਪੋਰਟ ਜੋ ਨੈਗੇਟਿਵ ਉਹ ਵੀ ਦਿਖਾਉਣੀ ਪਵੇਗੀ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ। ਪਰ ਇਸ ਦੇ ਨਾਲ ਹੀ ਜੋ ਹੋਰ ਯਾਤਰੀ ਜਿਨ੍ਹਾਂ ਨੇ ਕੋਵਿਡ-19 ਦੇ ਟੀਕੇ ਲਗਵਾਏ ਵੀ ਹੋਏ ਨੇ ਉਹਨਾਂ ਦੇ ਵਾਸਤੇ ਹੈ ਕਿ 14 ਦਿਨ ਦੇ ਵਾਸਤੇ ਉਹਨਾਂ ਨੂੰ ਮਾਸਕ ਪਾ ਕੇ ਰੱਖਣਾ ਪਵੇਗਾ। ਫਿਰ ਬੇਸ਼ੱਕ ਉਹ ਅਜਿਹੇ ਸੂਬੇ ਦੇ ਵਿੱਚ ਹੀ ਕਿਉਂ ਨਾ ਹੋਣ ਜਿੱਥੇ ਕਿ ਮਾਸਕ ਹਜੇ ਲਾਜ਼ਮੀ ਨਹੀਂ ਨੇ। ਕੈਨੇਡਾ ਸਰਕਾਰ ਵੱਲੋਂ ਇਹ ਨਿਯਮ ਲਾਗੂ ਕੀਤਾ ਗਿਆ ਹੈ ਕਿ ਹੁਣ ਤੋਂ ਕੈਨੇਡਾ 'ਚ ਦਾਖਲ ਹੋਣ ਵਾਲੇ ਹਰ ਵਿਅਕਤੀ ਨੂੰ ਜਨਤਕ ਥਾਵਾਂ ਤੇ ਮਾਸਕ ਪਾਉਣਾ ਜ਼ਰੂਰੀ ਹੋਵੇਗਾ, ਭਾਵੇਂ ਤੁਸੀਂ ਪੂਰੀ ਦੁਨੀਆ ਦਾ ਦੌਰਾ ਕੀਤਾ ਹੋਵੇ ਜਾਂ ਗੈਸ ਟੈਂਕ ਭਰਾਉਣ ਲਈ ਸੰਯੁਕਤ ਰਾਜ ਵਿੱਚ ਰੁਕੇ ਹੋਵੋ। ਪਰ ਜਦੋਂ ਤੁਸੀਂ ਕੈਨੇਡਾ ਵਾਪਸ ਆਉਂਦੇ ਹੋ ਤਾਂ ਤੁਹਾਨੂੰ 14 ਦਿਨਾਂ ਤੱਕ ਜਨਤਕ ਤੌਰ ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਹਾਲਾਂਕਿ ਫੈਡਰਲ ਬਾਰਡਰ ਦੀ ਲੋੜ ਮੁਤਾਬਕ ਹੁਣ ਬ੍ਰਿਟਿਸ਼ ਕੋਲੰਬੀਆ ਤੇ ਲਗਭਗ ਬਾਕੀ ਦੇ ਹਰ ਦੂਜੇ ਪ੍ਰੋਵਿੰਸ 'ਚ ਕਾਨੂੰਨੀ ਤੌਰ ਤੇ ਹੁਣ ਜਨਤਕ ਥਾਵਾਂ ਤੇ ਮਾਸਕ ਪਾਉਣ ਦੀ ਲੋੜ ਨਹੀਂ ਹੈ। ਓਟਵਾ ਦੇ ਨਿਯਮਾਂ ਅਨੁਸਾਰ ਕੋਈ ਵੀ ਵਿਅਕਤੀ ਜੋ ਕੈਨੇਡਾ 'ਚ ਦਾਖਲ ਹੋ ਰਿਹਾ ਹੈ ਉਸ ਨੂੰ 2 ਹਫ਼ਤਿਆਂ ਤੱਕ ਨਜ਼ਦੀਕੀ ਸੰਪਰਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਨਾਲ ਹੀ ਕੋਵਿਡ-19 ਦੇ ਲੱਛਣਾਂ ਦੀ ਸਵੈ ਨਿਗਰਾਨੀ ਕਰਨੀ ਚਾਹੀਦੀ ਹੈ। ਕੈਨੇਡਾ 'ਚ ਦਾਖਲ ਹੋਣ ਵਾਲੇ ਯਾਤਰੀਆਂ ਨੂੰ ਜਿਸ ਜਾਣਕਾਰੀ ਦੀ ਪਾਲਣਾ ਕਰਨੀ ਚਾਹੀਦੀ ਹੈ ਉਹ ਫੈਡਰਲ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ। ਹਾਲਾਂਕਿ ਇਹ ਜਾਣਕਾਰੀ ਉਸ ਈਮੇਲ ਦਾ ਹਿੱਸਾ ਨਹੀਂ ਹੈ ਜੋ ਯਾਤਰੀਆਂ ਨੂੰ ਕੈਨੇਡਾ 'ਚ ਪਹੁੰਚਣ ਤੋਂ ਕੁਝ ਦਿਨਾਂ ਬਾਅਦ ਪ੍ਰਾਪਤ ਹੁੰਦੀ ਹੈ। ਤਾਂ ਇਸ ਦੇ ਨਾਲ ਹੀ ਇਸ ਸਮੇਂ ਕੋਵਿਡ-19 ਦੇ ਕਰਕੇ ਜੋ ਹਾਲਾਤ ਬਣੇ, ਖਾਸ ਤੌਰ ਦੇ ਉੱਤੇ ਸਿਹਤ ਕਾਮਿਆਂ ਦੀ ਕਮੀ ਪਾਈ ਗਈ। ਸਿਹਤ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਵੱਖੋ ਵੱਖਰੇ ਪ੍ਰੋਗਰਾਮ ਵੀ ਲਿਆਂਦੇ ਜਾ ਰਹੇ ਨੇ। ਕਈ ਥਾਵਾਂ ਦੇ ਉੱਤੇ ਸਿਹਤ ਕਾਮਿਆਂ ਦੇ ਵੱਲੋਂ ਜੋ ਪੜ੍ਹਾਈ ਕੀਤੀ ਜਾਂਦੀ ਹੈ ਉਸ ਦੇ ਲਈ ਮਦਦ ਦਿੱਤੀ ਜਾਂਦੀ ਹੈ। ਕੁਝ ਖੇਤਰ ਅਜਿਹੇ ਵੀ ਨੇ ਜਿੱਥੇ ਫੀਸ ਦੇ ਵਿੱਚ ਵੀ ਮਦਦ ਕੀਤੀ ਜਾਂਦੀ ਹੈ। ਤਾਂ ਨਾਲ ਹੀ ਜੋ ਕੌਮਾਂਤਰੀ ਪੱਧਰ ਦੇ ਉੱਤੇ ਨਰਸਿੰਗ ਦੀ ਪੜ੍ਹਾਈ ਕਰਕੇ ਆਉਂਦੇ ਨੇ ਉਹਨਾਂ ਵਾਸਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਖਾਸ ਸਹੂਲਤਾਂ ਮੁਹੱਈਆ ਕਰਵਾਉਣ ਦੇ ਬਾਰੇ ਇੱਕ ਐਲਾਨ ਕੀਤਾ ਗਿਆ। ਕਈ ਤਬਦੀਲੀਆਂ ਕੀਤੀਆਂ ਜਾਣਗੀਆਂ ਜਿਸ ਸੰਬੰਧੀ ਇਹ ਐਲਾਨ ਕੀਤਾ ਗਿਆ ਤਾਂ ਕਿ ਨਰਸਾਂ ਦੇ ਲਈ ਜੋ ਕਿ ਕੌਮਾਂਤਰੀ ਪੱਧਰ ਦੇ ਉੱਤੇ ਪੜ੍ਹਾਈ ਕਰਕੇ ਆਉਂਦੇ ਨੇ ਤੇ ਆ ਕੇ ਉਹ ਬ੍ਰਿਟਿਸ਼ ਕੋਲੰਬੀਆ ਵਿੱਚ ਕੰਮ ਕਰਨਾ ਚਾਹੁੰਦੇ ਨੇ, ਕੰਮ ਲੈਣਾ ਸੁਖਾਲਾ ਹੋ ਸਕੇ। ਕੈਨੇਡਾ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਨਰਸ ਦੀ ਪੜ੍ਹਾਈ ਕਰਕੇ ਆਉਣ ਵਾਲਿਆਂ ਵਾਸਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਵੀਆਂ ਤਬਦੀਲੀਆਂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਤਾਂ ਕਿ ਨਰਸਾਂ ਦੇ ਵਾਸਤੇ ਬ੍ਰਿਟਿਸ਼ ਕੋਲੰਬੀਆ ਵਿੱਚ ਆ ਕੇ ਕੰਮ ਕਰਨਾ ਸੁਖਾਲਾ ਹੋ ਸਕੇ। ਸਿਹਤ ਮੰਤਰੀ ਏਡਰੀਅਨ ਡਿਕਸ ਨੇ ਇਸ ਸੰਬੰਧੀ ਮੰਗਲਵਾਰ ਨੂੰ ਐਲਾਨ ਕੀਤਾ, ਜਿਸ ਦੇ ਵਿੱਚ $12.2 ਮਿਲੀਅਨ ਤੱਕ ਦੀ ਫੰਡਿੰਗ ਵੀ ਦਿੱਤੀ ਜਾਵੇਗੀ। ਜੋ ਇਹ ਬਦਲਾਅ ਕੀਤੇ ਜਾ ਰਹੇ ਨੇ ਉਸ ਦਾ ਜ਼ਿਕਰ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਜੋ ਬਾਹਰਲੇ ਮੁਲਕਾਂ ਦੇ ਵਿੱਚ ਨਰਸ ਦੀ ਪੜ੍ਹਾਈ ਕਰਕੇ ਆਉਂਦੇ ਨੇ ਉਹਨਾਂ ਵਾਸਤੇ ਕੈਨੇਡਾ ਵਿੱਚ ਆ ਕੇ ਕੰਮ ਕਰਨਾ ਕਾਫੀ ਚੁਣੌਤੀ ਭਰਿਆ ਹੁੰਦਾ ਹੈ। ਇਸ ਪ੍ਰਕਿਰਿਆ ਨੂੰ ਸੁਖਾਲਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਜਿਵੇਂ ਇਹ ਪ੍ਰਕਿਰਿਆ ਮਹਿੰਗੀ ਵੀ ਕਾਫੀ ਜ਼ਿਆਦਾ ਹੁੰਦੀ ਹੈ ਤੇ ਲੰਮੀ ਵੀ, ਇਸੇ ਦੇ ਵਿੱਚ ਸਹੂਲਤਾਂ ਹੋਰ ਮੁਹੱਈਆ ਕਰਵਾਈਆਂ ਜਾ ਸਕਣ ਤਾਂ ਕਿ ਵਿੱਤੀ ਬੋਝ ਵੀ ਘੱਟ ਲੱਗੇ ਤੇ ਸਮਾਂ ਵੀ
जिस दे बारे ऐलान करते हुए दस्सिया गया है कि जिवें 2 ਤੋਂ 5 साल तक का समा लग जाता है जेकर कोई इत्थे आके नर्स वजों अगे काम करना चाहता है उस वास्ते कई $1000 तक लग जाते ने। प्रति नर्स के हिसाब नाल जो नवी मदद है उससे राही घट्टो घट्ट $1500 तो लैके वध तो वध $16000 तक दिते जाणगे, जिस दे नाल बाहरले मुल्कां विच नर्सिंग की पढ़ाई करन वालियां नूं कैनेडा विच आके जदों पूरी प्रक्रिया दे विचों लंघना पवेगा तां उस मौके सरकार दे वल्लों वड्डे पद्धर दे उत्ते मदद हो सकेगी। इस समय ब्रिटिश कोलंबिया सरकार दे वल्लों भी इहो कहा जा रहा है कि आउंदे 5 साल ते नाल ही उस तो भी अगे आउंदे 5 साल यानी कि आउंदे 10 साल दे समय दे विच वड्डी गिणती होर ज़्यादा नर्सां दी लोड़ पवेगी। जो कोविड-19 दी महामारी दे करके हालात बने उस समय भी सेहत कामियां दी कमी दे करके काफ़ी चुनौतियां दा सामना करना पिया, जिस दे लई सेहत कामियां दी गिणती नूं होर ज़्यादा वधाया जा सके इस संबंधी काम कीता जा रहा है। इस तो पहला नर्सां दे लई सीटां नूं भी वध कीता गया सी जो कि लाइसेंस लै सकदे ने, जिस संबंधी पहला एक ऐलान किया गया सी ते हुण इस संबंधी इस फंडिंग ते होर तब्दीलियां दा ऐलान किया गया। जिवें कि प्रक्रिया रहेगी तो उस तरह पर इस दे विच वक्खो वक्खरियां सहूलतां दित्तियां जाणगियां कि जो लंबा समा ते नाल ही ज़्यादा पैसा लगता है उस दे विच मदद की जा सके ताकि उन्हां दे लई सौखा हो सके कि ज़्यादा तो ज़्यादा सेहत कामे काम कर सकन सूबे दे विच। इस दे नाल ही अगली खबर है कि एक व्यक्ति की भाल की जा रही है जिसनूं लभण दे लई सहयोग मंगिया गया। मंगलवार ਨੂੰ ਸਰੀ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਟੇਵਿਨ ਲੋਇਡ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਜੋ ਮੁਲਜ਼ਮ ਦੀ ਭਾਲ ਤੇ ਉਸ ਨੂੰ ਗ੍ਰਿਫਤਾਰ ਕਰਨ 'ਚ ਮਦਦ ਕਰ ਸਕੇ ਤਾਂ ਉਹ ਪੁਲਿਸ ਨੂੰ ਜ਼ਰੂਰ ਦੱਸਣ। ਮੁਲਜ਼ਮ ਟੇਵਿਨ ਲੋਇਡ ਨੂੰ ਆਮ ਤੌਰ ਤੇ ਗੁੱਚੀ ਵਜੋਂ ਜਾਣਿਆ ਜਾਂਦਾ ਹੈ। दरअसल पिछले साल सरी च गोलीबारी करने वाला शक्की व्यक्ति हुण पूरे कैनेडा च वांटेड है ਅਤੇ ਮਾਊਂਟੇਸ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਮੁਲਜ਼ਮ ਨੂੰ ਹਥਿਆਰਬੰਦ ਤੇ ਖਤਰਨਾਕ ਮੰਨਿਆ ਜਾਵੇ। ਪਿਛਲੇ ਸਾਲ 30 ਦਸੰਬਰ 2021 ਨੂੰ ਇੱਕ ਵੇਲੀ ਘਰ 'ਚ ਗੋਲੀਬਾਰੀ ਹੋਈ ਸੀ ਜਿਸ ਨੂੰ ਲੈ ਕੇ ਲੋਇਡ ਤੇ ਲੱਗੇ ਇਲਜ਼ਾਮਾਂ ਦੀ ਮਨਜ਼ੂਰੀ ਪਿਛਲੇ ਮਹੀਨੇ ਹੀ ਦਿੱਤੀ ਗਈ ਹੈ। ਲੋਇਡ ਦੇ ਉੱਤੇ 3 ਦੋਸ਼ ਲੱਗੇ ਹਨ ਜਿਨ੍ਹਾਂ 'ਚੋਂ ਗੰਭੀਰ ਹਮਲਿਆਂ ਦਾ ਦੋਸ਼ ਵੀ ਸ਼ਾਮਿਲ ਹੈ। उस समय RCMP ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਗੋਲੀਬਾਰੀ 'ਚ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਜਾਪਦਾ ਹੈ ਤੇ ਪੀੜਤ ਵਿਅਕਤੀ ਦੀ ਜਾਨ ਬਚ ਗਈ ਪਰ ਉਹ ਜ਼ਖਮੀ ਜ਼ਰੂਰ ਹੋ ਗਿਆ ਸੀ। ਪੁਲਿਸ ਵੱਲੋਂ ਜੋ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਉਸ ਮੁਤਾਬਕ ਮੁਲਜ਼ਮ ਲੋਇਡ ਦੀ ਉਮਰ 28 ਸਾਲ ਦੀ ਹੈ ਤੇ ਉਹ 6 ਫੁੱਟ 3 ਇੰਚ ਲੰਬਾ ਹੈ ਤੇ ਉਸ ਦਾ ਵਜ਼ਨ 335 ਪਾਉਂਡ ਹੈ। ਲੋਇਡ ਦੇ ਸੱਜੇ ਹੱਥ ਤੇ ਇੱਕ ਟੈਟੂ ਵੀ ਬਣਿਆ ਹੋਇਆ ਹੈ ਜਿਸ ਦੇ ਉੱਤੇ ਲਿਖਿਆ ਹੋਇਆ ਹੈ ਹੂ ਗੋਡ ਬਲੈਸ ਨੋ ਮੈਨ ਕਰਸ। ਜੇਕਰ ਕੋਈ ਵੀ ਵਿਅਕਤੀ ਲੋਇਡ ਨੂੰ ਵੇਖਦਾ ਹੈ ਤਾਂ ਉਸ ਨੂੰ ਲੋਇਡ ਕੋਲ ਖੁਦ ਪਹੁੰਚ ਕਰਨ ਲਈ ਮਨਾ ਕੀਤਾ ਗਿਆ ਹੈ ਤੇ ਉਸੇ ਸਮੇਂ 911 ਤੇ ਫੋਨ ਲਾਉਣ ਲਈ ਕਿਹਾ ਗਿਆ ਹੈ ਤੇ ਜਿਨ੍ਹਾਂ ਕੋਲ ਲੋਇਡ ਨੂੰ ਲੈ ਕੇ ਕੋਈ ਵੀ ਜਾਣਕਾਰੀ ਮੌਜੂਦ ਹੈ ਉਹਨਾਂ ਨੂੰ ਸਰੀ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੂੰ 6045990502 ਤੇ ਕਾਲ ਕਰਨ ਲਈ ਕਿਹਾ ਗਿਆ ਹੈ ਤੇ ਇਸ ਦੇ ਨਾਲ ਹੀ 1800-222-8477 ਤੇ ਕ੍ਰਾਈਮ ਸਟਾਪਰਸ ਨੂੰ ਕਾਲ ਕਰਕੇ ਅਗਿਆਤ ਸੁਝਾਅ ਦਿੱਤੇ ਜਾ ਸਕਦੇ ਹਨ। ਹੁਣ ਤੁਹਾਨੂੰ ਦੱਸਾਂਗੇ ਜੋ ਗੈਟੀਨਾਓ ਵਿੱਚ ਹਾਈਵੇ ਦੇ ਉੱਤੇ ਇੱਕ ਬੱਸ ਨੂੰ ਅੱਗ ਲੱਗ ਗਈ। STO ਬੱਸ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਬਚਾ ਰਿਹਾ ਕਿ ਜਦੋਂ ਹਾਈਵੇ 5 ਤੇ ਹਾਈਵੇ 50 ਦੇ ਖੇਤਰ ਵਿੱਚ ਬੱਸ ਨੂੰ ਇਹ ਅੱਗ ਲੱਗੀ ਤਾਂ ਉਸ ਮੌਕੇ ਕੋਈ ਵੀ ਯਾਤਰੀ ਬੱਸ ਦੇ ਅੰਦਰ ਮੌਜੂਦ ਨਹੀਂ ਸੀ, ਪਰ ਜੋ ਬੱਸ ਨੂੰ ਡਰਾਈਵਰ ਚਲਾ ਰਿਹਾ ਸੀ ਉਹ ਵੀ ਸਮਾਂ ਰਹਿੰਦਿਆਂ ਬਾਹਰ ਨਿਕਲ ਗਿਆ ਤੇ ਉਹ ਸੁਰੱਖਿਅਤ ਹੈ। ਇਸ ਮੌਕੇ ਕਾਫੀ ਕਾਲਾ ਧੂਆਂ ਦੂਰ ਤੋਂ ਹੀ ਦਿਖਾਈ ਦੇ ਰਿਹਾ ਸੀ ਬੱਸ ਦੇ ਵਿੱਚੋਂ ਨਿਕਲਦਾ ਹੋਇਆ ਤੇ ਜ਼ਿਆਦਾ ਨੁਕਸਾਨ ਵੀ ਸਮੇਂ ਹੋ ਸਕਦਾ ਸੀ। ਲੰਮੇ ਸਮੇਂ ਤੱਕ ਸੜਕ ਨੂੰ ਬੰਦ ਰੱਖਿਆ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਜੇ ਤੱਕ ਇਹ ਪੁਸ਼ਟੀ ਨਹੀਂ ਕੀਤੀ ਗਈ ਕਿ ਆਖਿਰ ਕਾਰਨ ਕੀ ਰਿਹਾ ਕਿ ਹਾਈਵੇ ਦੇ ਉੱਤੇ ਬੱਸ ਨੂੰ ਕੁਝ ਇਸ ਤਰ੍ਹਾਂ ਅੱਗ ਲੱਗ ਗਈ। ਇਸ ਨਾਲ ਹੀ ਹੁਣ ਅੱਗੇ ਜਾਣਕਾਰੀ। ਕੈਲਗਰੀ ਦੇ ਐਡਵਰਦੀ ਪਾਰਕ 'ਚ ਐਤਵਾਰ ਦੇ ਦਿਨ ਇੱਕ ਵਿਅਕਤੀ ਦੀ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਕੈਨੇਡੀਅਨ ਪੈਸੀਫਿਕ ਰੇਲਵੇ ਨੇ ਈਮੇਲ ਰਾਹੀਂ ਜਾਣਕਾਰੀ ਦਿੱਤੀ ਕਿ 17 ਅਪ੍ਰੈਲ ਨੂੰ ਦੁਪਹਿਰ ਦੇ ਕਰੀਬ 1:15 ਵਜੇ ਇੱਕ ਵਿਅਕਤੀ ਕੈਲਗਰੀ ਦੇ ਐਡਵਰਦੀ ਪਾਰਕ ਦੇ ਰੇਲਵੇ ਟਰੈਕ ਤੇ ਸੀ ਜਿਸ ਕਾਰਨ ਉਹ ਮਾਲ ਗੱਡੀ ਦੀ ਲਪੇਟ 'ਚ ਆ ਗਿਆ। ਇਸ ਘਟਨਾ ਤੋਂ ਬਾਅਦ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੂੰ ਦੱਖਣ ਦੀ ਬੋ ਨਦੀ ਵੱਲ ਬੁਲਾਇਆ ਗਿਆ ਜਿੱਥੇ ਇੱਕ ਬੁਲਾਰੇ ਨੇ ਕਿਹਾ ਕਿ ਮਾਲ ਗੱਡੀ ਦੀ ਲਪੇਟ 'ਚ ਆਉਣ ਵਾਲਾ ਵਿਅਕਤੀ ਨੌਜਵਾਨ ਸੀ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। EMS ਅਤੇ ਕੈਲਗਰੀ ਪੁਲਿਸ ਵੱਲੋਂ ਇਹ ਸਾਫ਼ ਨਹੀਂ ਕੀਤਾ ਗਿਆ ਕਿ ਜਦੋਂ ਵਿਅਕਤੀ ਮਾਲ ਗੱਡੀ ਦੀ ਲਪੇਟ 'ਚ ਆਇਆ ਉਸ ਸਮੇਂ ਉਹ ਰੇਲਵੇ ਟਰੈਕ ਤੇ ਜੋਗਿੰਗ ਕਰ ਰਿਹਾ ਸੀ ਜਾਂ ਸੈਰ ਕਰ ਰਿਹਾ ਸੀ।
ਉੱਥੇ ਮੌਜੂਦ ਇੱਕ ਵਿਅਕਤੀ ਵੱਲੋਂ ਆਪਣੇ ਨਾਮ ਨੂੰ ਜਨਤਕ ਨਾ ਕਰਨ ਦੀ ਬੇਨਤੀ ਕਰਦੇ ਹੋਏ ਕਿਹਾ ਗਿਆ ਕਿ ਰੇਲਵੇ ਟਰੈਕ ਦਾ ਉਹ ਹਿੱਸਾ ਜਿੱਥੇ ਵਿਅਕਤੀ ਦੀ ਮੌਤ ਹੋਈ ਖਾਸ ਤੌਰ ਤੇ ਕਾਫੀ ਵਿਅਸਤ ਰਹਿੰਦਾ ਹੈ। ਉਸਨੇ ਕਿਹਾ ਕਿ ਲੋਕ ਅਕਸਰ ਧਿਆਨ ਨਹੀਂ ਦਿੰਦੇ ਤੇ ਨਾ ਹੀ ਇਹ ਸਮਝਦੇ ਹਨ ਕਿ ਇਸ ਰੇਲਵੇ ਲਾਈਨ ਤੇ ਰੇਲ ਗੱਡੀਆਂ ਕਿੰਨੀ ਤੇਜ਼ੀ ਨਾਲ ਚੱਲਦੀਆਂ ਹਨ। ਉਸ ਵਿਅਕਤੀ ਨੇ ਅੱਗੇ ਕਿਹਾ ਕਿ ਆਪਣੀ ਮੌਜੂਦਗੀ ਨੂੰ ਜਾਣੂ ਕਰਵਾਉਣ ਲਈ ਅਸੀਂ ਸਭ ਕੁਝ ਕਰਦੇ ਹਾਂ, ਪਰ ਫਿਰ ਵੀ ਕਿਸੇ ਕੋਲ ਪਹੁੰਚ ਕਰਨੀ ਜਾਂ ਰੇਲਵੇ ਟਰੈਕ ਦੇ ਨੇੜੇ ਜਾਣਾ ਬਹੁਤ ਖਤਰਨਾਕ ਹੈ ਕਿਉਂਕਿ ਸਾਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਇਰਾਦੇ ਕੀ ਹਨ ਜਾਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਹੁੰਦਾ ਹੈ ਕਿ ਅਸੀਂ ਰੇਲਵੇ ਟਰੈਕ ਦੇ ਨੇੜੇ ਹਾਂ। ਫਿਲਹਾਲ ਕੈਨੇਡੀਅਨ ਪੈਸੀਫਿਕ ਪੁਲਿਸ ਸਰਵਿਸ ਤੇ ਕੈਲਗਰੀ ਪੁਲਿਸ ਸਰਵਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।